ਲਓ ਜੀ, ਫਿਰ ਮੁਨੀਰ ਨਿਆਜ਼ੀ ਦੇ ਇੱਕ ਸ਼ੇਰ ਤੋਂ ਸ਼ੁਰੂ ਕਰਨੇ। ਬਿਲਕੁਲ ਠੀਕ ਹੈ। ਮੁਖੜਾ ਚੰਨ ਗੁਲਾਬ ਦਾ ਤੇ ਚਾਨਣ ਵਰਗੀ ਅੱਖ, ਬੱਦਲ ਚੇਤ ਵਿਸਾਖ ਦਾ ਉਸ ਕੁੜੀ ਦਾ ਲੱਕ। ਤੁਹਾਨੂੰ ਪਤਾ ਕਿ ਚੇਤ ਵਿਸਾਖ ਦਾ ਜਿਹੜਾ ਬੱਦਲ ਹੈ, ਇਹ ਉਹਨੇ ਕਿਉਂ ਰਮਜ਼ ਇਸਤੇਮਾਲ ਕੀਤੀ ਹੈ? ਜਿਹੜਾ ਚੇਤ ਵਿਸਾਖ ਦਾ ਬੱਦਲ ਹੁੰਦਾ ਨਾ, ਉਹ ਟੋਟਿਆਂ ਟੋਟਿਆਂ 'ਚ ਹੁੰਦਾ ਹੈ। ਇੱਕ ਬਹੁਤ ਹੀ ਛੋਟੀ ਜਿਹੀ ਆਪਣਾ ਪੀਸ ਦੇ ਨਾਲ ਇੱਕ ਉਹ ਬਦਲੀਆਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ, ਬਹੁਤ ਹੀ ਬਰੀਕ ਜੀ ਇੱਕ ਦੇ ਨਾਲ। ਸੋ ਬੱਦਲ ਚੇਤ ਵਿਸਾਖ ਦਾ ਉਸ ਕੁੜੀ ਦਾ ਲੱਕ, ਇਹ ਅਜਬ ਮਤਲਬ ਇਹ ਹੈ ਕਿ ਮੁਨੀਰ ਨਿਆਜ਼ੀ ਦੀ ਤਸੱਵਰ ਦੀ ਇੱਕ ਲਿਸ਼ਕਾਰਾ ਹੈ। ਪਤਾ ਨਹੀਂ ਉਹ ਕਿਹੜੀ ਗੱਲ ਸੀ ਜਿਸ ਦੇ ਉੱਤੋਂ ਰੁੱਸੇ ਸਾਂ, ਮੈਂ ਤੇ ਉਹ ਕੋਈ 2 ਸਾਲਾਂ ਤੋਂ ਇੱਕ ਦੂਜੇ ਨਾਲ ਗੁੱਸੇ ਸਾਂ। ਸਵੇਰ ਵੇਲੇ ਚੁੰਡੀ ਵੱਢ ਕੇ ਮੈਨੂੰ ਜਗਾਵੇ, ਮੈਂ ਵੇਖਾਂ ਤੇ ਅੱਖ ਨਾ ਮਿਲਾਵੇ, ਚੋਰੀ ਚੋਰੀ ਹੱਸਦੀ ਜਾਵੇ। ਇਹ ਕੈਸਾ ਹੈ? ਇਹ ਵੀ ਮੁਨੀਰ ਨਿਆਜ਼ੀ। ਚਲੋ ਇਹਦੇ ਨਾਲ ਟੈਸਟ ਹੋ ਜਾਏ। ਬੜਾ ਐਕਸਪੀਰੀਅੰਸ ਹੈ ਆਪਣਾ, ਬਹੁਤ ਮਾਈਕਰੋ ਲੈਵਲ ਤੇ ਨਾ। ਨਹੀਂ, ਮੁਨੀਰ ਨਿਆਜ਼ੀ ਦਾ ਜਿਹੜਾ ਹੈ ਨਾ, ਮੁਨੀਰ ਨਿਆਜ਼ੀ ਦੀ ਖੂਬੀ ਹੈਗੀ ਹੈ ਕਿ ਮੁਨੀਰ ਨਿਆਜ਼ੀ ਦਾ ਡਿਕਸ਼ਨ ਹੈ ਨਾ, ਪੰਜਾਬੀ ਵਿੱਚ ਵੀ ਔਰ ਉਰਦੂ ਵਿੱਚ ਵੀ, ਉਹ ਯੂਨੀਕ ਹੈ। ਮਤਲਬ ਤੁਸੀਂ ਫਰਾਦ ਨੂੰ ਦੇਖੋ ਜਾਂ ਤੁਸੀਂ ਆਪਣਾ ਫੈਜ਼ ਨੂੰ ਦੇਖੋ, ਈਵਨ ਤੁਸੀਂ ਯਾਰ ਜਿਹੜਾ ਸ਼ਾਇਰ ਕੀ ਨਾਂ ਸੀ ਉਹਦਾ, ਗਜ਼ਲਾਂ ਵਾਲਾ ਸ਼ਾਇਰ ਲਾਹੌਰ ਦਾ, ਉਹਦਾ ਸ਼ੇਰ ਹੈਗਾ, ਆਸ਼ ਬੇ फराग तुझे घर ही ले चले, आए हैं उस गली में तो पत्थर ही ले चले। नासिर काज़मी। इन्हां सारिਆਂ ਦੇ ਤੁਸੀਂ ਦੇਖਦੇ ਹੋ ਨਾ, ਇਹਨਾਂ ਸਾਰਿਆਂ ਦੇ ਜਿਹੜਾ ਡਿਕਸ਼ਨ ਹੈ ਨਾ, ਇਹ ਕਲਾਸੀਕਲ ਪੋਇਟਰੀ ਦਾ, ਮਤਲਬ ਗਾਲਬ ਤੋਂ, ਮੀਰ ਤੋਂ, ਕਿਸੇ ਨਾ ਕਿਸੇ ਤੋਂ ਇਹਨਾਂ ਨੇ ਉਹ ਡਿਕਸ਼ਨ ਜਿਹੜਾ ਨਾ ਉਹ ਲਿਆ ਹੈ। ਇੰਸਪਾਇਰਡ ਨੇ ਨਹੀਂ, ਡਿਕਸ਼ਨ ਲਿਆ ਹੈ, ਡਿਕਸ਼ਨ ਹੈ, ਸ਼ਾਇਰੀ ਦਾ ਡਿਕਸ਼ਨ ਉੱਥੋਂ ਇਹਨਾਂ ਦਾ ਆਇਆ ਹੈ। ਪੰਜਾਬੀ ਵਿੱਚ ਵੀ ਤੁਸੀਂ ਦੇਖੋ, ਤੇ ਪੰਜਾਬੀ ਵਿੱਚ ਵੀ ਜਿਹੜੇ ਵੱਡੇ ਸ਼ਾਇਰ ਨੇ, ਯਾਨੀ ਅਮਰਤਾ ਪ੍ਰੀਤਮ ਨੂੰ ਲੈ ਕੇ ਦੂਜੇ, ਉਹਨਾਂ ਸਾਰਿਆਂ ਦਾ ਡਿਕਸ਼ਨ ਜਿਹੜਾ ਨਾ ਉਹ ਪੰਜਾਬੀ ਕਲਾਸਿਕਸ ਦੇ ਵਿੱਚ ਹੈ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਠੀਕ, ਇਹ ਵਾਰਿਸ ਸ਼ਾਹ ਦਾ ਹੀ ਡਿਕਸ਼ਨ ਹੈ, ਜਿਹਦੇ ਵਿੱਚ ਕਿ ਨਵੀਂ ਸ਼ਾਇਦ ਤਖਲੀਕ ਹੋ ਰਹੀ ਹੈ। ਮੁਨੀਰ ਦੀ ਖੂਬੀ ਇਹ ਹੈ ਕਿ ਮੁਨੀਰ ਨਿਆਜ਼ੀ ਦਾ ਡਿਕਸ਼ਨ ਬਿਲਕੁਲ ਇੱਕ ਨਵਾਂ ਡਿਕਸ਼ਨ ਹੈ, ਉਰਦੂ ਵਿੱਚ ਵੀ ਅਤੇ ਪੰਜਾਬੀ ਵਿੱਚ ਵੀ। ਇਸ ਲਈ ਉਹ ਇਸ ਲਿਹਾਜ਼ ਨਾਲ ਉਰਦੂ ਦੇ ਵਿੱਚ ਤੇ ਖਾਸ ਤੌਰ 'ਤੇ ਯੂਨੀਕ ਸ਼ਾਇਰ ਹੈ। ਮਤਲਬ ਅਗਰ ਤੁਸੀਂ ਡਿਕਸ਼ਨ ਦੇ ਅਤਬਾਰ ਨਾਲ ਦੇਖੋ ਤੇ ਤੁਸੀਂ ਕਹਿ ਸਕਦੇ ਹੋ ਕਿ ਡਿਕਸ਼ਨ ਦੀ ਇਨੋਵੇਸ਼ਨ ਦੇ ਵਿੱਚ ਜਾਂ ਉਹਦੀ ਇੰਪਰੋਵਾਈਜੇਸ਼ਨ ਦੇ ਵਿੱਚ ਉਹ ਫੈਜ਼ ਤੋਂ ਹੀ ਅੱਗੇ ਹੈ, ਕਿਉਂਕਿ ਫੈਜ਼ ਦਾ ਸਾਰਾ ਡਿਕਸ਼ਨ ਜਿਹੜਾ ਹੈ ਉਹ ਕਲਾਸੀਕਲ ਡਿਕਸ਼ਨ ਹੈ। ਸੋ ਮੁਨੀਰ ਨੇ ਨਵਾਂ ਡਿਕਸ਼ਨ ਇੰਟਰੋਡਿਊਸ ਕਰਾਇਆ ਔਰ ਚੇਂਜ ਕਰ, ਮੇਰਾ ਖਿਆਲ ਹੈ ਇੰਟਰੋਡਿਊਸ ਕਰਾਉਣਾ ਗਲਤ ਲਫ਼ਜ਼ ਹੈ। ਉਹਦੀ ਵਜ੍ਹਾ ਹੈ ਕਿ ਮੁਨੀਰ ਦੇ ਡਿਕਸ਼ਨ ਨੂੰ ਵੀ ਕਿਸੇ ਨੇ ਉਹਨੇ ਫਾਲੋ ਨਹੀਂ ਕੀਤਾ। ਉਹ ਡਿਕਸ਼ਨ ਇੰਨਾ ਯੂਨੀਕ ਹੈ ਕਿ ਉਹਨੂੰ ਫਾਲੋ ਵੀ ਕੋਈ ਨਹੀਂ ਕਰ ਸਕਿਆ, ਉਹਦੇ ਨਾਲ ਹੀ ਸੀ ਉਹ ਡਿਕਸ਼ਨ। ਉਹ ਵੈਸੇ ਉਹ ਪਰਸਨਲੀ ਬੜਾ ਯੂਨੀਕ ਬੰਦਾ ਸੀ, ਮਤਲਬ ਉਹਨੂੰ ਮਿਲ ਕੇ ਇਹ ਲੱਗਦਾ ਸੀ ਕਿ ਇਹ ਸਿਰਫ ਪੋਇਟਰੀ ਨੂੰ ਲਿਵ ਕਰਦਾ ਹੈ, ਇਹ ਹੋਰ ਕੁਛ ਨਹੀਂ ਕਰਦਾ।
ਮਤਲਬ ਹੀ ਇਜ਼ ਅ ਪੋਇਟ 24 ਆਵਰ ਐਂਡ ਐਵਰੀ ਮੂਮੈਂਟ। ਦੇਖੋ ਨਾ ਹੁਣ ਦੂਜੇ ਜਿਹੜੇ ਸ਼ਾਇਰ ਨੇ ਨਾ ਉਸ ਦੇ ਵੇਲੇ ਦੇ, ਮਿਸਾਲ ਦੇ ਤੌਰ 'ਤੇ ਹੁਣ ਤੁਸੀਂ ਲਾ ਲਓ ਫੈਜ਼ ਸਾਹਿਬ, ਅਤੇ ਉਹਨਾਂ ਦੀਆਂ ਹੋਰ ਐਕਟੀਵਿਟੀਜ਼ ਵੀ ਨੇ, ਕਦੀ ਉਹ ਅਖਬਾਰ ਦੇ ਪਾਕਿਸਤਾਨ ਟਾਈਮਜ਼ ਦੇ ਐਡੀਟਰ ਵੀ ਨੇ, ਉਹ ਹੋਰ ਤਰ੍ਹਾਂ ਦੀ ਜ਼ਿੰਮੇਦਾਰੀ ਹੈ। ਮੈਂ ਇਹ ਨਹੀਂ ਕਹਿ ਰਿਹਾ ਇੱਕ ਚੰਗੀ ਹੈ ਭੈੜੀ ਗੱਲ ਹੈ। ਜਾਂ ਨੂਨਵੀਮ ਰਾਸ਼ਦ ਹੈ ਅਤੇ ਨੂਨਵੀਮ ਰਾਸ਼ਦ ਬਿਊਰੋਕਰੇਟ ਵੀ ਹੈ। ਜਾਂ ਮਜੀਦ ਅਮਜਦ ਹੈ ਅਤੇ ਮਜੀਦ ਅਮਜਦ ਵਿਚਾਰਾ 8 ਘੰਟੇ ਉਹ ਕਲਰਕੀ ਵੀ ਕਰਕੇ ਆ ਰਿਹਾ ਹੈ, ਠੀਕ, ਫੂਡ ਕਲੈਕਟਰ, ਅਸਿਸਟੈਂਟ ਫੂਡ ਕਲੈਕਟਰ ਦੇ ਤੌਰ ਦੇ ਉੱਤੇ। ਮੁਨੀਰ ਨਿਆਜ਼ੀ ਨੇ ਕੁਛ ਨਹੀਂ ਕੀਤਾ, ਉਹਨੇ ਕੋਈ ਵੀ ਕੰਮ ਨਹੀਂ ਕੀਤਾ ਇਸ ਤਰ੍ਹਾਂ ਦਾ ਸਵਾਏ ਸ਼ਾਇਰੀ। ਉਹਦੇ 'ਚ ਮਸਤ ਰਿਹਾ, ਉਹੀ ਉਹਦੀ ਖੂਬੀ ਸੀ, ਉਹੀ ਉਹਦੀ ਖਾਮੀ ਸੀ। ਤੇ ਰੋਟੀ ਕਿੱਥੋਂ ਖਾਂਦੇ ਸਨ? ਇਹ ਮਤਲਬ ਇਹ ਮੁਸ਼ਾਇਰਿਆਂ ਤੋਂ ਕੁਝ ਨਹੀਂ ਮਿਲ ਸਕਦਾ। ਇੱਕ ਤਾਂ ਇਹ ਹੈ ਕਿ ਇੱਕ ਅਰਸੇ ਤੱਕ ਤੇ ਉਹਨਾਂ ਦੀ ਖਾਨਦਾਨੀ ਜਿਹੜੀ ਵਿਰਾਸਤ ਉਹਨਾਂ ਨੂੰ ਮਿਲੀ ਸੀ ਨਾ, ਉਹ ਕਾਫੀ ਸੀਗੀ। ਤੁਹਾਨੂੰ ਪਤਾ ਨਾ ਮੁਨੀਰ ਨਿਆਜ਼ੀ ਜਿਹੜਾ ਨਾ, ਇਹ ਨਿਆਜ਼ੀ ਫੈਮਿਲੀ, ਇਹ ਸਾਹੀਵਾਲ ਦੀ ਅਮੀਰ ਤਰੀਨ ਫੈਮਿਲੀ ਸੀ। ਨਿਆਜ਼ੀ ਟਰਾਂਸਪੋਰਟੇਸ਼ਨ ਜਿਹੜੀ ਸੀ ਉਹ ਸਾਹੀਵਾਲ ਦੇ ਇਲਾਕੇ ਵਿੱਚ ਮੇਨ ਟਰਾਂਸਪੋਰਟੇਸ਼ਨ ਸੀ। ਸੋ ਇੱਕ ਤਾਂ ਉਹ ਵੀ ਉਹਦਾ ਸੋਰਸ ਸੀ। ਸੋ ਬਾਕੀ ਜਿਸ ਤਰ੍ਹਾਂ ਦੀ ਉਹ ਲਿਵਿੰਗ ਸੀ ਉਹਦੀ, ਕਮ ਅਜ਼ ਕਮ 70s ਤੱਕ ਜਦੋਂ ਮੈਂ ਰਿਹਾ ਉੱਥੇ, ਤਾਂ ਲਿਵਿੰਗ ਇੰਨੀ ਮੋਡਸਟ ਸੀਗੀ ਕਿ ਮੇਰੇ ਖਿਆਲ ਉਹਦੇ ਲਈ ਕੋਈ ਬਹੁਤ ਜ਼ਿਆਦਾ ਐਫਰਟ ਦੀ ਲੋੜ ਵੀ ਨਹੀਂ ਸੀ ਹੈਗੀ। ਉਹ ਸ਼ਮਾ ਸੈਨਵਿਕ ਦੇ ਜਿਹੜਾ ਗੰਦੇ ਨਾਲੇ ਦੇ ਹੁੰਦਾ ਹੈਗਾ ਇੱਥੇ ਉੱਤੇ, ਉਹਦੇ ਵਿਚਕਾਰ ਗੰਦੇ ਨਾਲੇ ਦੇ ਹੈਗਾ ਨਾ ਸ਼ਮਾ ਸੈਨਵਾ, ਸ਼ਮਾ ਸੈਨਵਿਕ ਦੇ ਨਾਲ ਇਹਦਾ ਘਰ ਹੁੰਦਾ ਸੀ, ਗੰਦੇ ਨਾਲੇ ਉੱਤੇ, ਬਿਲਕੁਲ ਯਾਨੀ ਲਿਟਰਲੀ ਗੰਦੇ ਨਾਲੇ ਉੱਤੇ ਸੀ ਇਹਦਾ ਘਰ। ਛੋਟਾ ਜਿਹਾ ਐਵੇਂ ਜਿਵੇਂ ਉਹ ਟੱਪੜਾਂ ਵਾਲੇ ਘਰ ਨਹੀਂ ਹੁੰਦੇ, ਉਸ ਤਰ੍ਹਾਂ ਦਾ ਘਰ ਸੀ ਇਹਦਾ। ਅਤੇ ਬੱਚਾ ਇਹਦਾ ਹੈ ਕੋਈ ਨਹੀਂ ਸੀ, ਸਿਰਫ ਲਾ ਔਲਾਦ ਸੀ, ਇੱਕ ਬੀਵੀ ਸੀ ਅਤੇ ਇੱਕ ਆਪ ਸੀ। ਅਤੇ ਹਾਲੇ ਕੋਈ ਮਾਨਤਾ ਬਹੁਤ ਸੀ ਉਹਦੀ। ਫਿਰ ਇਹ ਹੈ ਕਿ ਮੁਨੀਰ ਨਿਆਜ਼ੀ ਜਿਹੜਾ ਉਹ ਤਾਂ ਸ਼ਾਮ ਨੂੰ ਨਿਕਲ ਜਾਂਦਾ ਸੀ, ਬੀਵੀ ਨੂੰ ਹੀ ਰੋਟੀ ਦੇਣੀ ਹੈ ਨਾ। ਤੇ ਵਿਆਹ ਜਿਹੜਾ ਇਹਨਾਂ ਨੇ ਕੀਤਾ ਇਹ ਇਸ਼ਕ ਦਾ ਵਿਆਹ ਹੈ ਜੀ ਜਾਂ? ਨਹੀਂ, ਮੇਰਾ ਖਿਆਲ ਹੈ ਕਿ ਅਰੇਂਜ ਮੈਰਿਜ ਸੀ। ਮੈਂ ਕਿਹਾ ਮੁਨੀਰ ਨਿਆਜ਼ੀ ਦੀ ਜਿਹੜੀ ਸ਼ਾਦੀ ਸੀ ਇਹ ਅਰੇਂਜ ਸੀਗੀ। ਮੈਂ ਕਦੀ ਸੁਣਿਆ ਨਹੀਂ ਵੈਸੇ। ਇਹ ਟ੍ਰੈਜੇਡੀ ਨਹੀਂ ਵੈਸੇ ਮੁਨੀਰ ਦੇ ਨਾਲ ਇਸ ਤਰ੍ਹਾਂ ਮਤਲਬ ਨਹੀਂ, ਲੇਕਿਨ ਉਹ ਮੁਨੀਰ ਨਿਆਜ਼ੀ ਕੋਈ ਸੋਸ਼ਲ ਰਿਬੈਲੀਅਸ ਆਦਮੀ ਨਹੀਂ ਸੀ ਹੈਗਾ। ਮਤਲਬ ਜਿਵੇਂ ਮੈਂ ਉਹਨੂੰ ਵੇਖਿਆ, ਉਹ ਆਪਣੀ ਬੀਵੀ ਨਾਲ ਵੀ ਖੁਸ਼ ਸੀਗਾ। ਕੋਈ ਮਤਲਬ ਮੈਂ ਉਹਨੂੰ ਕਦੀ ਕੋਈ ਏਡੀ ਪ੍ਰੋਬਲਮ ਨਹੀਂ ਸੀ। ਉਹ ਤੇ ਬੀਵੀ ਨਾਲ ਖੁਸ਼ ਸੀ, ਬੀਵੀ ਉਹਨਾਂ ਨਾਲ ਖੁਸ਼ ਸੀ ਕਿ ਨਹੀਂ? ਯਾਰ ਬੀਵੀ ਨੂੰ ਮੈਂ ਨਹੀਂ ਮਿਲਿਆ, ਇਸ ਲਈ ਮੈਂ ਕੀ ਦੱਸ ਸਕਦਾ ਬੀਵੀ ਖੁਸ਼ ਸੀ ਕਿ ਨਹੀਂ ਸੀ ਖੁਸ਼। ਬਹਰਹਾਲ 24 ਆਵਰ ਸ਼ਾਇਦ ਇੱਕ ਬੰਦਾ ਹੋਵੇ। ਹਾਂ, ਔਰ ਫਿਰ ਮੁਨੀਰ ਨਿਆਜ਼ੀ ਵਰਗਾ। ਹਾਂ ਹਾਂ, ਬਹਰਹਾਲ ਇਹ ਮੈਨੂੰ ਪਤਾ ਹੈ ਕਿ ਇੱਕ ਵਾਰੀ ਉਹ ਬਿਮਾਰ ਸੀਗੀ ਅਤੇ ਹਸਪਤਾਲ 'ਚ ਸੀ ਇਹਦੀ ਬੀਵੀ। ਅਤੇ ਤੁਸੀਂ ਡਾਕਟਰ ਅਜ਼ੀਜ਼ੁਲ ਹਕ ਦਾ ਤਾਂ ਨਾਂ ਸੁਣਿਆ ਹੈ। ਅਤੇ ਅਜ਼ੀਜ਼ੁਲ ਹਕ ਸਮਹਾਓ, ਅਜ਼ੀਜ਼ੁਲ ਹਕ ਆਪ 'ਚ ਬਹੁਤ ਰੈਡੀਕਲ ਸੀ, ਲੇਕਿਨ ਉਹ ਮੁਨੀਰ ਨਿਆਜ਼ੀ ਤੋਂ ਕਾਫੀ ਇਫੈਕਟਡ ਸੀ। ਸੋ ਮੁਨੀਰ ਨਿਆਜ਼ੀ ਦੀ ਇੱਜ਼ਤ ਵੀ ਬੜੀ ਕਰਦਾ ਸੀ ਅਤੇ ਮਤਲਬ ਯਾਰੀ ਵੀ ਸੀ। ਅਤੇ ਉਹ ਕਹਿਣ ਲੱਗਾ ਕਿ ਯਾਰ ਮੁਨੀਰ ਨਿਆਜ਼ੀ ਦੀ ਆਪ ਉਹ ਰਹਿੰਦਾ ਸੀ ਉਦੋਂ ਉਹਨਾਂ ਦੇ ਨਾਲ ਸਮਨਾਬਾਦ ਅਜ਼ੀਜ਼ੁਲ ਹਕ, ਅਤੇ ਮੈਂ ਵੀ ਜਾਂਦਾ ਰਹਿੰਦਾ ਸਾਂ, ਮੈਨੂੰ ਬੀਵੀ ਵੀ ਉਹਦੀ ਨਾਲ ਸੀ। ਅਤੇ ਉਹ ਕਹਿਣ ਲੱਗੇ ਚਲੋ ਮੁਨੀਰ ਨਿਆਜ਼ੀ ਨੂੰ ਚੱਲ ਕੇ ਮਿਲ ਆਈਏ, ਉਹਦੀ ਬੀਵੀ ਬਿਮਾਰ ਹੈ। ਅਤੇ ਰਸਤੇ 'ਚੋਂ ਅਜ਼ੀਜ਼ੁਲ ਹਕ ਨੇ ਕੋਈ ਫੁੱਲ ਛੁੱਲ ਲਏ ਅਤੇ ਨਿਆਜ਼ੀ ਸਾਹਿਬ ਕੋਲ ਪਹੁੰਚ ਗਏ, ਉਹਨਾਂ ਦੇ ਘਰ ਗੰਦੇ ਨਾਲੇ ਦੇ। ਅਤੇ ਨਿਆਜ਼ੀ ਸਾਹਿਬ ਕਹਿਣ ਲੱਗੇ, ਤੁਹਾਨੂੰ ਉਹਦੇ ਬੋਲਣ, ਉਹਦੀ ਗੱਲ ਕਰਨ ਦੇ ਖਾਲ, ਯਾਰ ਤੂੰ ਆ ਗਿਆ, ਹੁਣ ਮੈਨੂੰ ਹੌਸਲਾ ਹੋ ਗਿਆ, ਹੁਣ ਮੈਂ ਉਹਨੂੰ ਜਾ ਕੇ ਹਸਪਤਾਲ 'ਚ ਵੇਖ ਸਕਦਾ, ਤੂੰ ਮੈਨੂੰ ਹਸਪਤਾਲ ਲੈ ਚੱਲ। ਫਿਰ ਉੱਥੋਂ ਜੇ ਹਸਪਤਾਲ ਗਏ, ਰਾਹ 'ਚੋਂ ਰੋਕ ਕੇ ਅਤੇ ਕਹਿਣ ਲੱਗੇ ਯਾਰ
ਉਹਨੂੰ ਇਹ ਬੜਾ ਫਰੂਟ ਪਸੰਦ ਹੈ, ਫਰੂਟ ਉਹਦੇ ਲਈ ਲੈ ਲਈਏ, ਫਿਰ ਉਹ ਤੋਂ ਫਰੂਟ ਖਰੀਦਿਆ ਗਿਆ। ਸੋ ਮਤਲਬ ਇਹ ਹੈ ਕਿ ਉਹਦੀ ਕੋਈ ਹੈ ਸੀ ਆਪਣੀ ਬੀਵੀ ਨਾਲ, ਯਾਨੀ ਜਿਹੜੇ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਕੋਈ ਨਾ ਕੋਈ ਤਾਂ ਹੈ ਸੀ ਨਾ, ਇੰਝ ਤਾਂ ਨਹੀਂ ਸੀ ਹੈਗੀ। ਅੱਛਾ, ਤੁਸੀਂ ਕਿਉਂਕਿ ਹੁਣ ਰਿਕਾਰਡਿੰਗ ਹੋ ਰਹੀ ਹੈ ਤੇ ਇੱਕ ਵਾਕਿਆ ਵੀ ਸੁਣਾਉਂਦੇ ਹੁੰਦੇ ਹੋ ਹਾਂ ਨੀਰ ਨਿਆਜ਼ੀ ਦਾ ਕਿ ਉਸਦੇ ਚਾਚੇ ਦੇ ਨਾਲ ਕੋਈ ਮੂੰਹ ਮਾਰੇ ਹੋ ਗਈ। ਆਹ ਜਦੋਂ ਪਿਓ ਮਰ ਗਿਆ ਨਾ ਤੇ ਉਹ ਪ੍ਰਾਪਰਟੀ ਦੀ ਡਿਵੀਜ਼ਨ ਹੋਈ ਤੇ ਮੁੰਡੀ ਨਿਆਜ਼ੀ ਨੇ ਆਪਣਾ ਹਿੱਸਾ ਲੈ ਕੇ ਵੇਚਤਾ। ਉਹਨੂੰ ਤਾਂ ਕੋਈ ਦਿਲਚਸਪੀ ਨਹੀਂ ਸੀ ਉਸ ਟਰਾਂਸਪੋਰਟੇਸ਼ਨ ਦੇ ਨਾਲ। ਤੋ ਚਾਚੇ ਨੇ ਕਿਹਾ ਕਿ ਮੁਨੀਰ ਤੂੰ ਸਾਨੂੰ ਡੋਬ ਦਿੱਤਾ ਹੈ। ਤੇ ਮੁਨੀਰ ਨਿਆਜ਼ੀ ਕਹਿੰਦਾ ਚਾਚਾ ਤੇਰੇ ਮਰਨ ਤੇ ਕੁੱਤੇ ਨੇ ਵੀ ਨਹੀਂ ਰੋਣਾ, ਮੇਰੇ ਮਰਨ ਤੇ 5 ਦਰਿਆਵਾਂ ਰੋਣਾ ਹੈ। ਇਹ ਬੜਾ ਮਸ਼ਹੂਰ ਸੀ ਮੁਨੀਰ ਨਿਆਜ਼ੀ। ਔਰ knowing ਮੁਨੀਰ ਨਿਆਜ਼ੀ, he was kind of a person who could say that। ਇੱਕ ਵਾਰੀ ਸਾहिवाल 'ਚ ਲਾਇਬ੍ਰੇਰੀ ਦਾ ਮਸਲਾ ਚੱਲ ਰਿਹਾ ਸੀ। ਉਹ ਲਾਇਬ੍ਰੇਰੀ ਬਣਨੀ ਸੀ ਜਾਂ ਨਹੀਂ ਸੀ ਬਣਨੀ, ਤੇ ਉਹ ਛੋਟੀ ਜਿਹੀ ਦਾਨਿਸ਼ਵਰਾਂ ਦੀ ਕਲਾਸ ਹੁੰਦੀ ਸੀ, ਉਹਦੇ ਵਿੱਚ ਮੇਨ ਇਸ਼ੂ ਉਹੀ ਸੀਗਾ, ਉਹਨਾਂ ਦੇ ਨਾਲ ਚੱਲ ਰਿਹਾ। ਤੇ ਮੁਨੀਰ ਨਿਆਜ਼ੀ ਹਫ਼ਤੇ 2 ਹਫ਼ਤਿਆਂ 'ਚ ਇੱਕ ਵਾਰੀ ਸਾहिवाल ਜ਼ਰੂਰ ਆਉਂਦਾ ਸੀਗਾ। ਤੇ ਅਮਜਦ ਸਾਹਿਬ, ਮਜੀਦ ਅਮਜਦ ਸਾਹਿਬ ਨੂੰ ਵੀ ਮਿਲਦਾ ਸੀ, ਅਸੀਂ ਵੀ ਬੈਠੇ ਹੁੰਦੇ ਸਾਂ। ਤੇ ਉਹ ਅਮਜਦ ਸਾਹਿਬ ਨਹੀਂ ਸੀ ਬੈਠੇ, ਤੇ ਇਹ ਉਹ ਮਹਿਫਿਲ 'ਚ ਨਾ ਉਹ ਲਾਇਬ੍ਰੇਰੀ ਦੀ ਗੱਲ ਚੱਲ ਪਈ। ਤੇ ਕਿਸੇ ਨੇ ਕਿਹਾ ਜੀ ਆਪਣਾ ਅਮਜਦ ਸਾਹਿਬ ਵੀ ਜਾ ਕੇ DC ਨੂੰ ਕਹਿਣ। ਹੁਣ ਮੈਨੂੰ ਇਹ ਨਹੀਂ ਯਾਦ ਕਿ ਉਸ ਜ਼ਮਾਨੇ 'ਚ ਡਿਪਟੀ ਕਮਿਸ਼ਨਰ ਜਿਹੜਾ ਮੁਸਤਫਾ ਜ਼ੈਦੀ ਸੀ ਜਾਂ ਕੋਈ ਹੋਰ ਸੀ, ਕਿਉਂਕਿ ਮੁਸਤਫਾ ਜ਼ੈਦੀ ਨਾਲ ਤੇ ਅਮਜਦ ਸਾਹਿਬ ਦੇ ਕਾਫੀ ਗਹਿਰੇ ਤਲੁਕਾਤ ਸਨ, ਆਉਂਦੇ ਜਾਂਦੇ ਸਨ ਉਹਨਾਂ ਦੇ ਘਰ। ਤੇ ਮੁਨੀਰ ਨਿਆਜ਼ੀ ਕਹਿੰਦਾ ਉਹ ਅਮਜਦ ਜਿਹੜਾ ਹੈ ਨਾ, ਮਜੀਦ ਅਮਜਦ, ਉਹ ਤੇ ਐਸੀ ਭਿੱਜੀ ਹੋਈ ਭੇੜ ਹੈ ਕਿ ਉਹ ਤੇ ਆਪਣੇ ਮੋਢੇ ਤੋਂ ਕਾਂ ਵੀ ਨਹੀਂ ਉਠਾ ਸਕਦਾ। ਇਸ ਤਰ੍ਹਾਂ ਦੇ ਫਿਕਰੇ ਘੜਨ 'ਚ ਵੈਸੇ ਮੁਨੀਰ ਨਿਆਜ਼ੀ ਦਾ ਜਵਾਬ ਨਹੀਂ ਸੀ। ਪੰਜਾਬੀ ਸਟਾਈਲ ਜੁਗਤ ਵਾਲਾ, ਉਹ ਜੁਗਤ ਦੇ ਵਿੱਚ ਬਾਦਸ਼ਾਹ ਸੀ। ਮਿਸਾਲ ਦੇ ਤੌਰ ਤੇ ਕਹਿੰਦਾ ਸੀ ਇਹ ਜਿਹੜੇ ਆਪਣਾ ਟੀ ਹਾਊਸ ਦੇ ਸਾਰੇ ਦਾਨਿਸ਼ਵਰ ਨੇ ਨਾ, ਇਹ ਨਿਲੱਪ ਨੇ। ਇਹ ਸਵੇਰੇ ਉੱਠਦੇ ਨੇ, ਸੱਪ ਦੀ ਵਰਦੀ ਪਾਉਂਦੇ ਨੇ। ਹੁਣ ਤੁਸੀਂ ਦੇਖੋ, ਸੱਪ ਦੀ ਵਰਦੀ ਪਾ ਕੇ ਸੜਕਾਂ ਤੇ ਆ ਜਾਂਦੇ ਨੇ, ਰਾਤ ਨੂੰ ਜਾਂਦੇ ਨੇ, ਸੱਪ ਦੀ ਵਰਦੀ ਲਾ ਕੇ ਨਿਲੱਪ ਹੋ ਕੇ ਫਿਰ ਸੌ ਜਾਂਦੇ ਨੇ। ਜਾਂ ਜਿਹੜਾ ਵੀ ਉਹਦਾ ਮੁਖਾਲਫ ਹੁੰਦਾ ਸੀ, ਉਹਦਾ ਜ਼ਿਕਰ ਜਿਹੜਾ ਕਰਨ ਤੋਂ ਪਹਿਲੇ ਉਹ ਸਤਮਾਇਆ, ਹਾਂ ਉਹ ਸਤਮਾਇਆ, ਇਹ ਆਮ ਹੁੰਦਾ ਸੀ। ਔਰ ਮੈਨੂੰ ਪਤਾ ਕਿਹਨੂੰ ਕਿਹਨੂੰ ਸਤਮਾਇਆ ਕਹਿੰਦਾ ਹੁੰਦਾ ਸੀ, ਪਰ ਮੈਂ ਨਾਂ ਨਹੀਂ ਲੈਣੇ। ਚਲੋ ਹੁਣ ਬਸ ਕਰਦੇ ਕਿਸ ਵੱਡੇ ਸ਼ਾਇਰ ਨੂੰ ਸ਼ਾਇਰ ਮੰਨਦੇ ਸਨ? ਮੁਨੀਰ ਨਿਆਜ਼ੀ ਕਿਸੇ ਨੂੰ ਕੋਈ ਵੱਡਾ ਸ਼ਾਇਰ ਨਹੀਂ ਸੀ ਮੰਨਦਾ। ਨਹੀਂ, ਮੈਨੂੰ ਪੰਜਾਬੀ ਦੇ ਵੱਡੇ ਜਿਹੜੇ ਕਲਾਸੀਕਲ ਵੀ ਰਹੇ ਇਸ ਮੌਜੂ ਤੇ ਮੈਂ ਉਹਦੇ ਕੋਲ ਕਦੀ ਗੱਲ ਨਹੀਂ ਸੁਣੀ। ਉਹਦਾ ਤੇ ਇਹ ਸੀ ਕਿ ਕਿਤਾਬ ਕਿਸੇ ਨੇ ਲਿਖੀ ਹੈ ਨਾ ਤਨਕੀਦ ਦੇ ਉੱਤੇ, ਤੇ ਉਹਨੇ ਲਿਆ ਕੇ ਖਾਨ ਸਾਹਿਬ ਨੂੰ ਪੇਸ਼ ਕੀਤੀ ਹੈ। ਤੇ ਖਾਨ ਸਾਹਿਬ ਨੇ ਦੇਖੀ ਕਿਤਾਬ, ਉਹਨੇ ਕਿਹਾ ਯਾਰ ਮੈਨੂੰ ਦੱਸ ਦੇ ਮੇਰਾ ਜ਼ਿਕਰ ਕਿਹੜੇ ਸਫੇ 'ਚ ਮੈਂ ਪੜ੍ਹ ਕੇ ਦੱਸ ਦਿਆਂ, ਕਿਤਾਬ ਚੰਗੀ ਆ ਕਿ ਭੈੜੀ ਹੈ। ਉਹ ਖਾਨ ਸਾਹਿਬ ਜਿਹੜੇ ਨੇ ਆਪਣੇ ਆਪ 'ਚ ਮਸਤ ਨੇ। ਮੈਂ ਉਹਨਾਂ ਕੋਲੋਂ ਕਦੀ ਕਿਸੇ ਹੋਰ ਸ਼ਾਇਰ ਦਾ, ਈਵਨ ਕਲਾਸੀਕਲ ਸ਼ਾਇਰ ਦਾ ਵੀ, ਤੁਸੀਂ ਵੈਸੇ ਬੜਾ ਅੱਛਾ ਸਵਾਲ ਪੁੱਛਿਆ ਕਿ ਉਹਨਾਂ ਕੋਲੋਂ ਕਦੀ ਕਿਸੇ ਕਲਾਸੀਕਲ ਸ਼ਾਇਰ ਦਾ ਵੀ ਜ਼ਿਕਰ ਨਹੀਂ ਸੁਣਿਆ। ਪਾਕਿਸਤਾਨੀ ਪੰਜਾਬ ਤੇ ਚੜ੍ਹਦੇ ਪੰਜਾਬ ਵੀ ਇਹੀ ਉਹਨਾਂ ਦੀ ਪਪੂਲੈਰਿਟੀ ਜਾਂ ਸ਼ੋਹਰਤ ਨਾਮ। ਮੈਂ ਇਹ ਕਹਾਂਗਾ ਕਿ ਚੜ੍ਹਦੇ ਪੰਜਾਬ 'ਚ ਲੋਕੀ ਜਿਹੜੇ ਨੇ ਉਹ ਅਦਬੀ ਹਲਕੇ ਤੇ ਕੰਮ ਨੂੰ ਜਾਣਦੇ ਨੇ। ਇਹ ਕਹਿਣਾ ਕਿ ਜੀ ਆਮ ਲੋਕੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੂੰ ਜਾਣਦੇ ਨੇ, ਇਵੇਂ ਤੋਂ ਨਹੀਂ ਜਾਣਿਆ ਜਾਂਦਾ। ਸ਼ਿਵ ਕੁਮਾਰ ਬਟਾਲਵੀ ਤਾਂ ਗਾਇਆ ਬਹੁਤ ਗਿਆ ਹੈ। ਮਤਲਬ ਇਹ ਕਿ ਚੜ੍ਹਦੇ ਪੰਜਾਬ ਵਿੱਚ ਪਾਸ਼ ਨੂੰ ਕਿੰਨੇ ਜਾਣਦੇ ਹੋਣਗੇ? ਅਦਬੀ ਹਲਕਿਆਂ ਤੋਂ ਬਾਹਰ ਘੱਟ ਹੀ ਜਾਣਦੇ ਹੋਣਗੇ ਨਾ। ਅੱਛਾ, ਇਹ ਬੜਾ ਫੈਕਟਰ ਹੈ ਕਿ ਕਿਸੇ ਸ਼ਾਇਰ ਦਾ ਕੋਈ ਗੀਤ ਕੋਈ ਹੋ ਜਾਏ ਨਾ, ਨਜ਼ਮ ਜਾਂ ਕੋਈ ਗਜ਼ਲ ਕੋਈ ਮਸ਼ਹੂਰ ਹੋ ਜਾਏ, ਗਾ ਦੇਵੇ, ਫਿਰ ਤੇ ਬਹੁਤ ਜ਼ਿਆਦਾ ਦੀ ਪਪੂਲੈਰਿਟੀ ਵੱਧ ਜਾਂਦੀ ਨੇ। ਵੈਸੇ ਤਾਂ ਨਾਸਿਰ ਨੇ ਬਹੁਤ ਲੋਕਾਂ ਨੇ ਗਾਇਆ। ਫੈਜ਼ ਸਾਹਿਬ ਦਾ ਜਿਹੜਾ ਤਲਕ ਸੀ ਨੂਰ ਜਹਾਂ ਦੇ ਨਾਲ, ਮਤਲਬ ਇੱਕ ਉਹਨਾਂ ਨੇ ਵੀ ਕਹਿਤਾ ਕਿ ਭਈ ਇਹ ਗਜ਼ਲ ਹੀ ਤੇਰੀ ਹੈ।
ਤੇ ਇਹ ਮੁਨੀਰ ਨਿਆਜ਼ੀ ਨੂੰ ਵੀ ਬੜਾ ਗਾਇਆ ਗਿਆ, ਲੇਕਿਨ ਕਿਆ ਮੁਨੀਰ ਦਾ ਐਸਾ ਕੋਈ ਰਿਸ਼ਤਾ ਬਣ ਸਕਿਆ ਕਿਸੇ ਦੇ ਨਾਲ? ਨਹੀਂ ਨਹੀਂ ਨਹੀਂ, ਮੇਰਾ ਖਿਆਲ ਹੈ ਮੁਨੀਰ ਨਿਆਜ਼ੀ ਜਿਹੜਾ ਨਾ ਉਹ ਇੰਨਾ ਆਪਣੇ ਆਪ 'ਚ ਮਹਿਵ ਸੀ, ਜਿਹਨੂੰ ਤੁਸੀਂ ਅੰਗਰੇਜ਼ੀ 'ਚ ਕਹੋਗੇ ਈਗੋ ਸੈਂਟਰਿਕ ਸੀ, ਕਿ ਉਹਦਾ ਕਿਸੇ ਨੂੰ ਪੜ੍ਹ ਹੀ ਨਹੀਂ ਸਕਦਾ। ਉਹਨੂੰ ਸਭ ਤੋਂ ਅੱਛਾ ਗਾਇਆ ਹੈ ਨਸੀਮ ਬੇਗਮ ਨੇ। उस बेवफा का शहर है और हम हैं दोस्तों, अश्के रवा की लहर है और हम हैं दोस्तों। एक तो नसीम बेगम वैसे ही छेती मर गई, मतलब इस गाने तो मेरे ख्याल चंद सालां च बेचारी मर गई। ते दूजे नसीम बेगम बाहर नूर जहां ते नहीं सी, ते तीजे मुनीर साहब फैज नहीं सन। सो मेरा नहीं ख्याल कि, बल्कि मैं तो ये वेख्या कि मुनीर नियाज़ी नाल जिहड़ी कुड़ी भी मैं वेखी है ना, मतलब वो इंतहाई थन टुट हुंदी सी। मैं उहदे नाल कदी कोई खूबसूरत कुड़ी या खूबसूरत औरत नहीं वेखी। वो हालांकि मुनीर नियाज़ी आप एक्सट्रीमली हैंडसम आदमी, ਇਹ 'ਚ ਕੋਈ ਸ਼ੱਕ ਨਹੀਂ। ਮਤਲਬ ਮਾਲ ਰੋਡ 'ਤੇ ਜਦੋਂ ਉਹ ਤੁਰਦਾ ਸੀ ਤੇ ਲੋਕੀ ਵਾਕਈ ਮੁੜ ਕੇ ਵੇਖਦੇ ਸਨ, ਇੰਨਾ ਹੈਂਡਸਮ ਆਦਮੀ ਸੀ। ਲੇਕਿਨ ਉਹੀ ਹੈ ਨਾ ਗੱਲ ਕਿ ਬਈ ਉਹਨੂੰ ਪ੍ਰੋਬਬਲੀ ਇਹਨਾਂ ਗੱਲਾਂ ਨਾਲ ਕੋਈ ਖਾਸ ਨਾ ਲੈਣਾ ਦੇਣਾ ਨਹੀਂ ਸੀ ਹੈਗਾ। ਅੱਛਾ, ਮੁਨੀਰ ਨੂੰ ਸ਼ਾਇਦ ਨਹੀਂ ਸੀ, ਲੇਕਿਨ ਲੋਕਾਂ ਨੂੰ ਤਾਂ ਹੋਣਾ ਚਾਹੀਦਾ ਸੀ ਨਾ। ਪਰ ਉਹ ਮੁਨੀਰ ਰਿਸਪੌਂਡ ਕਰੇਗਾ ਤਾਂ ਲੋਕੀ ਕਰਨਗੇ ਨਾ। मतलब तो ये भी है ना कि भाई हूँ मतलब ये है कि फैज साहब भी तो नूर जहां के नाल मशूकी करन च या जो भी हैगा सी, थोड़ा बहुत यारी दोस्ती ਉਹਦੇ 'ਚ फैज साहब भी तो कुछ करते सन ना, ਜਿਹਨੂੰ ਤੇ ਨੂਰ ਜਹਾਂ ਵੀ ਕੁਝ ਕਰਦੀ ਸੀ। मतलब ये कि जो भी यारी दोस्ती ਦੇ ਜੋ ਅਸੀਂ ਕਹਿ ਰਹੇ ਹਾਂ, ठीक। ਤੇ लेकिन मुनीर was a different person। यू कैंट, मतलब मैं चूँकि मेरे सामने ਉਹਦੀ ਸ਼ਕਲ, ਉਹਦੀ ਜਿਹੜੀ ਪੂਰੀ ਪਰਸਨੈਲਿਟੀ ਹੈ ਔਰ ਉਹ ਕਿਵੇਂ ਮੂਵ ਕਰਦਾ ਸੀ ਔਰ ਕਿਵੇਂ ਗੱਲਾਂ ਕਰਦਾ ਸੀ, ਉਹ ਘੁੰਮ ਰਹੀ ਹੈ। ਅਤੇ ਮਸਲਨ ਉਹਦੀ ਅਗਰ ਨੂਰਜਹਾਂ ਨਾਲ ਵੀ ਦੋਸਤੀ ਹੋ ਜਾਂਦੀ ਅਤੇ ਮੈਂ ਆਈ ਕੈਂਟ ਇਮੈਜਨ, ਜਿਵੇਂ ਫੈਜ਼ ਸਾਹਿਬ ਨੂਰਜਹਾਂ ਨੂੰ ਮਿਲਦੇ ਅਤੇ ਜੱਫੀ ਪਾ ਕੇ ਮਿਲਦੇ ਸਨ, ਆਈ ਕੈਂਟ ਇਮੈਜਨ ਕਿ ਮੁਨੀਰ ਨਿਆਜ਼ੀ ਜਿਹੜਾ ਉਹ ਕਿਸੇ ਨੂੰ ਜੱਫੀ ਪਾ ਕੇ ਮਿਲੇਗਾ। ਇਹ ਤੁਸੀਂ ਕਹਿ ਸਕਦੇ ਹੋ ਕਿ ਉਹ ਸ਼ਾਇਦ ਨਰਗਸੀਰ ਦਾ ਸ਼ਿਕਾਰ ਸੀ, ਜੇ ਤੁਸੀਂ ਕੋਈ ਟਰਮੀਨੋਲੋਜੀ ਯੂਜ਼ ਕਰਨੀ। ਆਈ ਡੋਂਟ ਨੋ, ਲੇਕਿਨ ਇਹ ਹੈ ਕਿ ਇਹ ਬੜਾ ਬਹੁਤ ਯਾਨੀ ਮਤਲਬ ਮੈਂ ਕਹਿ ਸਕਦਾ ਹਾਂ ਕਿ ਬੜੀ ਯਕੀਨ ਦੇ ਨਾਲ ਕਹਿ ਸਕਦਾ ਮੈਂ। ਕਦੀ ਮਤਲਬ ਇਹ ਨਾ ਕਿ ਇਹ ਹੁੰਦੇ ਨੇ ਨਾ ਸ਼ਾਇਰ, ਮੁਸ਼ਾਇਰਿਆਂ ਜਾਂਦੇ ਨੇ ਤੇ ਜਾਂ ਮਹਿਫਲ 'ਚ ਬੈਠੇ ਹੋਣਗੇ ਤੇ ਕੋਈ ਸੋਹਣੀ ਕੁੜੀ ਨਜ਼ਰ ਆ ਜਾਵੇ ਤਾਂ ਉਹਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਨਗੇ, ਜਾਂ ਤੁਹਾਨੂੰ ਲੱਗ ਜਾਏਗਾ ਪਤਾ ਕਿ ਇਹਨਾਂ ਨੇ ਆਪਣਾ ਇਹਨਾਂ ਦੀ ਅੱਖ ਉੱਤੇ ਹੈਗੀ ਹੈ, ਠੀਕ ਹੈ ਨਾ, ਉਹ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ। ਹੁਣ ਇਹਨਾਂ ਦਾ ਕਦੀ ਕੁਛ ਨਹੀਂ ਸੀ ਹੁੰਦਾ। ਮਤਲਬ ਅਗਰ ਬੈਠੀ ਹੈ ਕੋਈ ਸੋਹਣੀ ਕੁੜੀ ਵੀ ਤੇ ਕੋਈ ਖਾਸ ਨਹੀਂ ਹੈ ਕਿ ਮੁਨੀਰ ਨਿਆਜ਼ੀ ਉਹਨੂੰ ਵੇਖ ਰਿਹਾ ਹੈ। He is not even looking at her। ਸੋ ਜਿਵੇਂ ਆਪਣੀ ਸ਼ਾਇਰੀ 'ਚ ਯੂਨੀਕ ਸੀ ਨਾ, ਯਾਨੀ ਆਪਣੇ ਡਿਕਸ਼ਨ ਦੇ ਵਿੱਚ ਆਪਣੀ ਪਰਸਨੈਲਿਟੀ ਔਰ ਹਿਊਮਨ ਰਿਲੇਸ਼ਨਸ ਦੇ ਵਿੱਚ ਵੀ ਉਹ ਯੂਨੀਕ ਸੀਗਾ, ਯਾਨੀ ਉਹਦੇ 'ਚ ਵੀ ਬਿਲਕੁਲ ਹੀ ਵੱਖਰਾ ਆਦਮੀ ਸੀ ਉਹ। ਅੱਛਾ, ਮੁਸ਼ਾਇਰਿਆਂ 'ਚ ਜਿਵੇਂ ਗੱਲ ਹੋਈ ਤਾਂ ਮੁਸ਼ਾਇਰਿਆਂ 'ਚ ਵੀ ਕੋਈ ਐਸੀ ਕਿਸਮ ਦੇ ਕੋਈ ਡਾਇਲਾਗ, ਕੋਈ ਗੁਫ਼ਤਗੂ, ਕੋਈ ਜੁਮਲਾ ਮਾਰਤਾ ਕਿਸੇ ਨੂੰ, ਕੋਈ ਗੱਲ ਕਰਦੀ? ਨਹੀਂ, ਉਹ ਆਮ ਤੌਰ 'ਤੇ ਮੁਸ਼ਾਇਰੇ ਤੋਂ ਪਹਿਲੇ ਹੀ ਟੁੰਨ ਹੋ ਜਾਂਦਾ ਸੀ ਅਤੇ ਬਸ ਇੱਕ ਅੱਧੀ ਨਜ਼ਮ ਗਜ਼ਲ ਸੁਣਾ ਕੇ ਫਾਰਗ ਹੋ ਜਾਂਦਾ ਸੀ। ਹਾਂ, ਇੱਕ ਵਾਰੀ ਇਹ ਹੋਇਆ ਕਿ ਨੂਰਮੀਨ ਰਾਸ਼ਦ ਦਾ ਪੁੱਤਰ ਹੈ ਨਾ, ਸ਼ਹਿਰਯਾਰ ਰਾਸ਼ਦ, ਇਹ ਸਾਡੇ ਨਾਲ ਪੰਜਾਬ ਯੂਨੀਵਰਸਿਟੀ 'ਚ ਹੁੰਦਾ ਸੀ ਅਤੇ ਇਹ ਜਦੋਂ ਇਹ ਹੋ ਗਿਆ CSP
ਦਾ ਇਮਤਿਹਾਨ ਇਹਨੇ ਪਾਸ ਕਰ ਲਿਆ ਤੇ CSP ਅਕੈਡਮੀ ਚਲਾ ਗਿਆ। ਉੱਥੇ ਜਾ ਕੇ ਇਹਨੇ ਇੱਕ ਮੁਸ਼ਾਇਰਾ ਕਰਵਾਇਆ। ਅੱਛਾ, ਮੁਸ਼ਾਇਰੇ 'ਚ ਇਹਨੇ 4-5 ਸ਼ਾਇਰ ਸਿਰਫ ਸੱਦੇ, ਆਪਣੇ ਦੋਸਤ ਜਿਹੜੇ ਸਨ ਉਹਨਾਂ 'ਚ ਮੈਂ ਵੀ ਸਾਂ। ਮੈਂ ਵੀ ਉਹਨਾਂ ਦਿਨਾਂ 'ਚ ਉਰਦੂ ਸ਼ਾਇਰੀ ਲਿਖਦਾ ਹੁੰਦਾ ਸੀ। ਮੁਨੀਰ ਨਿਆਜ਼ੀ, ਸਰਮਦ ਸਾਹਿਬਾਈ, ਸਾਦਤ ਸਈਦ। ਹੁਣ ਉਹ ਕਰਾਊਡ ਬੈਠਾ ਹੈ ਸਾਹਮਣੇ CSP, ਵੁੱਡ ਬੀ CSP ਅਫਸਰਾਂ ਦਾ। ਅਸੀਂ ਹੁਣ ਜਨਾਬ ਗਜ਼ਲਾਂ ਤੇ ਨਜ਼ਮਾਂ ਤੇ ਕਿਲ ਰਹੇ ਹਾਂ ਕਿ ਜੀ ਦਾਦ ਮਿਲੇ। ਦਾਦ ਨਹੀਂ ਆ ਰਹੀ ਥੱਲਿਓ, ਦਮ ਚੁੱਪ ਬੈਠੇ ਨੇ ਸਾਰੇ। ਤੇ ਜ਼ਾਹਰ ਗੱਲ ਹੈ ਸਾਡੇ ਸਾਰਿਆਂ ਤੋਂ ਸੀਨੀਅਰ ਤੇ ਮੁਨੀਰ ਨਿਆਜ਼ੀ ਸੀ। ਅਖੀਰ ਤੇ ਮੁਨੀਰ ਨਿਆਜ਼ੀ ਦੀ ਵਾਰੀ ਆਈ ਤੇ ਖਾਨ ਸਾਹਿਬ ਥੋੜ੍ਹੇ ਜਿਹੇ ਉਸ ਵੇਲੇ ਤੱਕ ਟੋਨੀ ਹੋ ਚੁੱਕੇ ਸਨ। ਤੇ ਖਾਨ ਸਾਹਿਬ ਕਹਿੰਦੇ ਨੇ ਬਜਾਏ ਸ਼ਾਇਰੀ ਸੁਣਾਉਣ ਤੇ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਤੁਸੀਂ ਮੈਨੂੰ ਪਹਿਲੇ ਇਹ ਦੱਸੋ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ ਸ਼ਾਇਰੀ ਦੀ। ਇੱਕ ਮੁੰਡਾ ਪਿੱਛੋਂ ਬੋਲਿਆ, ਕਹਿੰਦਾ ਸਰ ਹमें समझ आ रही है, आप सुनाएं। ਕਹਿੰਦਾ ਪੁੱਤਰ ਤੇਰੇ ਕੋਲ ਸੁਣਨ ਵਾਲੇ ਕੰਨ ਹੀ ਨਹੀਂ ਹੈਗੇ, ਤੂੰ ਸੁਣਨਾ ਕਿੱਥੋਂ ਹੈ। ਸੋ ਮਤਲਬ ਇਹ ਮੈਂ ਦੇਖਿਆ, ਲੇਕਿਨ ਬਾਕੀ ਮੇਰਾ ਖਿਆਲ ਹੈ ਕਿ ਜਿਹੜੇ ਹੋਰ ਮੈਂ ਮੁਕਾਮਾਂ 'ਤੇ ਆਪ ਜਗ੍ਹਾ 'ਤੇ ਆਪ ਤਾਂ ਨਹੀਂ ਸਾਂ, ਪਰ ਜਿਹੜੇ ਮੈਂ ਕਿੱਸੇ ਸੁਣੇ ਨੇ ਉਹ ਕੋਈ ਐਡੇ ਕਾਬਲੇ ਤਾਰੀਫ ਨਹੀਂ ਹੈਗੇ ਖਾਨ ਸਾਹਿਬ ਦੇ। ਖਾਨ ਸਾਹਿਬ ਨੂੰ ਲੱਗਦਾ ਸੀਗਾ ਕਿ ਗਾਲਬਨ ਜਿਹੜਾ ਮੁਸ਼ਾਇਰਾ ਹੈ ਨਾ ਇਹ ਟ੍ਰੀਵੀਅਲ ਜੀ ਚੀਜ਼ ਹੈਗੀ ਆ, ਔਰ ਅਸਲ ਗੱਲ ਹੈਗਾ ਕਿ ਇੱਥੇ ਪੈਸੇ ਕਿੰਨੇ ਮਿਲਦੇ ਨੇ। ਖਾਨ ਸਾਹਿਬ ਆਪਣੀ ਨਜ਼ਮ ਗਜ਼ਲ ਜਿਹੜੀ ਹੈ ਉੱਤੇ ਪੈਸੇ ਵਸੂਲ ਕਰਨਾ ਲਾਜ਼ਮੀ ਸਮਝਦਾ, ਇਹ ਗੱਲ ਪੱਕੀ ਹੈ। ਮਤਲਬ ਇਹ ਹੈ ਕਿ ਜੇ ਮੇਰੀ ਗਜ਼ਲ ਛਾਪਣੀ ਹੈ ਤਾਂ ਮੈਨੂੰ ਪੈਸੇ ਦਿਓ, ਮੈਂ ਤਾਂ ਇਹੋ ਹੀ ਕੰਮ ਕਰਨਾ, ਮੈਂ ਤਾਂ ਹੋਰ ਕੋਈ ਕੰਮ ਨਹੀਂ ਕਰਦਾ। ਤੇ which is I think ਨਹੀਂ ਕਦਰਦਾਨ ਉਹ ਆਪਣੀ ਸ਼ਾਇਰੀ ਦੇ ਦੂਜੇ ਦੀ ਸ਼ਾਇਰੀ ਦੇ ਵੀ ਹੈ ਸਨ, ਕਿਉਂਕਿ ਅਲਮਿਸਾਲ ਜਦੋਂ ਮੈਂ ਸਟਾਰਟ ਕੀਤਾ ਮਤਲਬ ਪਬਲਿਸ਼ਿੰਗ ਹਾਊਸ, ਉਹਦੇ ਵਿੱਚ ਰਾਸ਼ਿਦ ਤੇ ਨੂਨ ਵੀ ਰਾਸ਼ਿਦ ਨੂੰ ਛਾਪਿਆ, ਔਰ ਬੜੇ ਖੂਬਸੂਰਤ ਅਲੀਬਾਜ਼ ਜਲਾਲਪੁਰੀ ਨੂੰ ਛਾਪਿਆ। ਮਤਲਬ ਅੱਛੀ ਜਿਲਦ ਔਰ ਅੱਛਾ ਉਹਦੇ ਤੇ ਕਹਾਣੀ ਇਹ ਹੈ ਕਿ ਇਹਨਾਂ ਨੇ ਕਾਫੀ ਰਾਇਲਟੀ ਦਿੱਤੀ ਉਹਨਾਂ ਨੂੰ ਪੈਸੇ। ਤੇ ਇਹਨਾਂ ਦੀ ਬੀਵੀ ਨੇ ਕਿਹਾ ਕਿ ਮੁਨੀਰ ਤੈਨੂੰ ਤਾਂ ਕਦੀ ਰਾਇਲਟੀ ਨਹੀਂ ਮਿਲੀ ਤੇ ਤੂੰ ਕਦ ਨਹੀਂ ਦੇ ਰਿਹਾ। ਕਹਿਣ ਲੱਗਾ ਉਦੋਂ ਤਕੜੀ ਦੂਜੇ ਦੇ ਹੱਥ ਸੀ, ਅੱਜ ਮੇਰੇ ਹੱਥ 'ਚ ਹੈ, ਹੁਣ ਮੈਂ ਡੰਡੀ ਨਹੀਂ ਮਾਰ ਸਕਦਾ। ਬਾਹਰ ਮੁਨੀਰ ਦੇ ਫਿਰ ਸ਼ੇਰ ਤੇ ਖਤਮ ਕਰ ਦਿੰਦੇ। ਤੁਸੀਂ ਦੱਸ ਦਿਓ ਕਿਹੜਾ ਸ਼ੇਰ ਖਤਮ ਹੋਣ ਵਾਲਾ ਹੈ। ਮੁਨੀਰ ਤੇ ਨਾ ਖਤਮ ਹੋਣ ਵਾਲਾ ਸ਼ਾਇਰ ਹੈ, ਤੇ ਇਸ ਵਾਸਤੇ ਕਿਹੜੇ ਸ਼ਾਇਰ ਤੇ ਮੁਨੀਰ ਨੂੰ ਮੁਕਾਇਆ ਜਾਏ ਹੈ।